ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ ਯੂਐਸ ਟੀਵੀ। ਮੈਂ ਪਰਨ ਕੌਰ ਮਾਨ। ਖਬਰਾਂ ਦੇ ਬ੍ਰਿਟਨ 'ਚ ਤੁਹਾਡਾ ਸਵਾਗਤ। ਪੇਸ਼ ਨੇ ਪਹਿਲਾਂ ਚੋਣਵੀਆਂ ਖਬਰਾਂ। ਡਾਕਟਰ ਦੀ ਰਾਏ ਤੋਂ ਬਿਨਾਂ ਅਪਾਹਜ ਯਾਤਰੀਆਂ ਨੂੰ ਬੋਰਡਿੰਗ ਤੋਂ ਨਹੀਂ ਇਨਕਾਰ ਕਰ ਸਕਦੀਆਂ 에ਅਰਲਾਈਨਜ਼। ਡੀਜੀਸੀਏ ਨੇ ਦਿੱਤੇ ਆਦੇਸ਼। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਲੋਕਾਂ ਨੂੰ ਤੁਰੰਤ ਪਾਸਪੋਰਟ ਬਣਾਉਣ ਲਈ ਸਤੰਬਰ ਤੱਕ ਕਰਨਾ ਪਵੇਗਾ ਇੰਤਜ਼ਾਰ। ਕੈਨੇਡਾ ਦੇ BC ਸੂਬੇ ਨੇ ਪ੍ਰਵਾਸੀਆਂ ਦੇ ਪੱਖ ਵਿੱਚ ਚੁੱਕਿਆ ਵੱਡਾ ਕਦਮ। ਕੈਨੇਡਾ ਦੇ 에ਅਰਪੋਰਟਸ ਤੇ ਹਵਾਈ ਕਾਮੇ ਵੀ ਹੋਏ ਪਰੇਸ਼ਾਨ। ਅਮਰੀਕਾ ਵਿੱਚ ਨਦੀ ਪਾਰ ਕਰ ਰਹੀ ਟ੍ਰੇਨ ਨੂੰ ਲੱਗੀ ਭਿਆਨਕ ਅੱਗ, ਲੋਕਾਂ ਨੇ ਖਿੜਕੀਆਂ ਰਾਹੀਂ ਮਾਰੀਆਂ ਛਾਲਾਂ। ਕੈਨੇਡਾ ਵਿੱਚ 2 ਹਫ਼ਤਿਆਂ ਦੌਰਾਨ 3250 ਉਮੀਦਵਾਰਾਂ ਨੂੰ ਮਿਲੀ ਪੱਕੀ ਇਮੀਗ੍ਰੇਸ਼ਨ ਦਾ ਮੌਕਾ। ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਕੈਨੇਡਾ ਵਿੱਚ ਵੱਧ ਕੇ 27 ਲੱਖ ਹੋਇਆ। ਅਮਰੀਕਾ ਵਿੱਚ ਪਹਿਲੀ ਵਾਰ ਬੱਚਿਆਂ ਵਿੱਚ ਪਾਇਆ ਗਿਆ ਮੰਕੀ ਪੌਕਸ, ਇਲਾਜ ਜਾਰੀ। ਤੇ ਹੁਣ ਇਹਨਾਂ ਖਬਰਾਂ ਦਾ ਵਿਸਥਾਰ ਤੇ ਕੁਝ ਹੋਰ ਖਬਰਾਂ। ਅਪਾਹਜ ਵਿਅਕਤੀਆਂ ਲਈ ਬੋਰਡਿੰਗ ਅਤੇ ਫਲਾਈਟਸ ਦੀ ਸਹੂਲਤ ਲਈ ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਨਿਯਮਾਂ ਵਿੱਚ ਸੋਧ ਕੀਤੀ ਹੈ। ਡੀਜੀਸੀਏ ਨੇ ਸ਼ੁੱਕਰਵਾਰ ਨੂੰ ਕਿਹਾ, ਜੇਕਰ ਕਿਸੇ 에ਅਰਲਾਈਨ ਨੂੰ ਲੱਗਦਾ ਹੈ ਕਿ ਉਡਾਣ ਦੌਰਾਨ ਕਿਸੇ ਅਪਾਹਜ ਯਾਤਰੀ ਦੇ ਬਿਮਾਰ ਹੋਣ ਦੀ ਸੰਭਾਵਨਾ ਹੈ ਤਾਂ ਉਸ ਨੂੰ ਹਵਾਈ ਅੱਡੇ ਤੇ ਡਾਕਟਰ ਨਾਲ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ ਅਤੇ ਇਸ ਸੰਬੰਧ ਵਿੱਚ ਉਚਿਤ ਫੈਸਲਾ ਲੈਣਾ ਚਾਹੀਦਾ ਹੈ। ਯਾਤਰੀ ਨੂੰ ਹੋਣਾ ਚਾਹੀਦਾ ਹੈ ਜਾਂ ਨਹੀਂ, ਬੋਰਡਿੰਗ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇੱਕ ਬਿਆਨ ਵਿੱਚ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਕਿਹਾ ਕਿ ਜੇਕਰ 에ਅਰਲਾਈਨਸ ਕਿਸੇ ਵੱਖਰੇ ਤੌਰ ਤੇ ਅਸਮਰਥ ਯਾਤਰੀ ਨੂੰ ਬੋਰਡਿੰਗ ਤੋਂ ਇਨਕਾਰ ਕਰਨ ਦਾ ਫੈਸਲਾ ਕਰਦੀਆਂ ਨੇ ਤਾਂ ਉਹਨਾਂ ਨੂੰ ਤੁਰੰਤ ਯਾਤਰੀ ਨੂੰ ਲਿਖਤੀ ਰੂਪ ਵਿੱਚ ਸੂਚਿਤ ਕਰਨਾ ਹੋਏਗਾ ਅਤੇ ਉਸ ਨੋਟ ਵਿੱਚ ਕਾਰਨਾਂ ਦਾ ਜ਼ਿਕਰ ਕਰਨਾ ਹੋਏਗਾ। ਰੈਗੂਲੇਟਰ ਨੇ ਉਪਰੋਕਤ ਨਿਯਮ 3 ਜੂਨ ਨੂੰ ਪ੍ਰਸਾਰਿਤ ਕੀਤੇ ਸਨ। 7 ਮਈ ਨੂੰ ਰਾਂਚੀ ਹਵਾਈ ਅੱਡੇ ਤੇ ਇੱਕ ਵੱਖਰੇ ਤੌਰ ਤੇ ਅਪਾਹਜ ਲੜਕੇ ਨੂੰ ਸਵਾਰ ਹੋਣ ਤੋਂ ਇਨਕਾਰ ਕਰਨ ਲਈ ਇੰਡੀਗੋ ਨੂੰ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ। ਇੰਡੀਗੋ ਨੇ 9 ਮਈ ਨੂੰ ਕਿਹਾ ਸੀ ਕਿ ਲੜਕੇ ਨੂੰ ਰਾਂਚੀ ਹੈਦਰਾਬਾਦ ਫਲਾਈਟ ਵਿੱਚ ਸਵਾਰ ਹੋਣ ਦੀ ਆਗਿਆ ਨਹੀਂ ਦਿੱਤੀ ਗਈ ਕਿਉਂਕਿ ਉਹ ਡਰਿਆ ਹੋਇਆ ਮਹਿਸੂਸ ਕਰ ਰਿਹਾ ਸੀ। ਲੜਕੇ ਨੂੰ ਸਵਾਰ ਹੋਣ ਤੋਂ ਰੋਕੇ ਜਾਣ ਤੋਂ ਬਾਅਦ ਉਸਦੇ ਮਾਤਾ-ਪਿਤਾ ਨੇ ਜਹਾਜ਼ ਵਿੱਚ ਦਾਖਲ ਨਾ ਹੋਣ ਦਾ ਫੈਸਲਾ ਕੀਤਾ। ਡੀਜੀਸੀਏ ਨੇ ਜਨਤਾ ਨੂੰ 2 ਜੁਲਾਈ ਤੱਕ ਪ੍ਰਸਤਾਵਿਤ ਸੋਧਾਂ ਤੇ ਆਪਣੀ ਟਿੱਪਣੀ ਭੇਜਣ ਲਈ ਕਿਹਾ। ਡੀਜੀਸੀਏ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਉਹਨਾਂ ਨੇ ਅਪਾਹਜ ਵਿਅਕਤੀਆਂ ਲਈ ਬੋਰਡਿੰਗ ਫਲਾਈਟ ਦੀ ਪਹੁੰਚ ਵਿੱਚ ਸੁਧਾਰ ਕਰਨ ਲਈ ਆਪਣੇ ਨਿਯਮਾਂ ਵਿੱਚ ਸੋਧ ਕਰ ਲਈ ਹੈ। ਸੋਧੇ ਹੋਏ ਨਿਯਮਾਂ ਵਿੱਚ ਕਿਹਾ ਗਿਆ ਹੈ ਕਿ 에ਅਰਲਾਈਨਸ ਨੂੰ ਅਪਾਹਜ ਜਾਂ ਸਰੀਰਕ ਕਮਜ਼ੋਰੀ ਦੇ ਆਧਾਰ ਤੇ ਕਿਸੇ ਯਾਤਰੀ ਨੂੰ ਸਵਾਰ ਇਨਕਾਰ ਨਹੀਂ ਕਰਨਾ ਚਾਹੀਦਾ। ਰੀਜਨਲ ਪਾਸਪੋਰਟ ਅਫਸਰ RPO ਚੰਡੀਗੜ੍ਹ ਤੋਂ ਪਾਸਪੋਰਟ ਬਣਵਾਉਣ ਦੇ ਲਈ ਲੋਕਾਂ ਨੂੰ ਆਨਲਾਈਨ ਅਪਾਇੰਟਮੈਂਟਸ ਨਹੀਂ ਮਿਲ ਰਹੀਆਂ। ਆਨਲਾਈਨ ਅਪਾਇੰਟਮੈਂਟਸ ਦੇ ਲਈ ਲੋਕਾਂ ਨੂੰ ਸਤੰਬਰ 2022 ਤੱਕ ਇੰਤਜ਼ਾਰ ਕਰਨਾ ਪਏਗਾ। 1 ਤੋਂ 1.5 ਮਹੀਨੇ ਦੇ ਇੰਤਜ਼ਾਰ ਦੇ ਬਾਅਦ ਲੋਕਾਂ ਨੂੰ ਅਪਾਇੰਟਮੈਂਟਸ ਮਿਲ ਰਹੀਆਂ ਨੇ। ਦੱਸ ਦਈਏ ਕਿ ਕੋਵਿਡ-19 ਦੇ ਕਾਰਨ ਬੀਤੇ 2 ਸਾਲ ਵਾਰ-ਵਾਰ ਲਾਕਡਾਊਨ ਦੀ ਪ੍ਰਕਿਰਿਆ ਦੇ ਕਾਰਨ ਤੇ ਵਿਦੇਸ਼ ਵਿੱਚ ਮਹਾਮਾਰੀ ਦੇ ਦੌਰਾਨ ਸਥਿਤੀ ਬੇਕਾਬੂ ਹੋਣ ਨਾਲ ਲੋਕਾਂ ਦੇ ਬਾਹਰ ਜਾ ਕੇ ਕੰਮ ਕਰਨ, ਸਟੱਡੀ ਵੀਜ਼ਾ ਤੇ ਹੋਰ ਕਾਰਜਾਂ ਦੇ ਲਈ ਪਾਸਪੋਰਟ ਬਣਾਉਣੇ ਬੰਦ ਕਰ ਦਿੱਤੇ ਸਨ। ਲਾਕਡਾਊਨ ਦੇ ਦੌਰਾਨ ਕੇਵਲ ਉਹ ਲੋਕ ਹੀ ਪਾਸਪੋਰਟ ਦੇ ਲਈ ਅਪਲਾਈ ਕਰ ਰਹੇ ਨੇ ਜਿਨ੍ਹਾਂ ਨੂੰ ਕਿਸੇ ਜ਼ਰੂਰੀ ਕੰਮ ਜਾਂ ਆਪਾਤਕਾਲੀਨ ਸਥਿਤੀ ਵਿੱਚ ਵਿਦੇਸ਼ ਜਾਣਾ ਸੀ। ਪਰ ਹੁਣ ਸਥਿਤੀ ਠੀਕ ਹੋਣ ਦੇ ਬਾਅਦ ਸਟੱਡੀ ਵੀਜ਼ਾ, ਵਰਕ ਵੀਜ਼ਾ ਤੇ ਹੋਰਨਾਂ ਵੀਜ਼ਿਆਂ ਦੇ ਚਲਦੇ ਪਾਸਪੋਰਟ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਤੁਰੰਤ ਪਾਸਪੋਰਟ ਬਣਾਉਣ ਦੇ ਲਈ ਲੋਕਾਂ ਨੂੰ ਸਤੰਬਰ ਤੱਕ ਇੰਤਜ਼ਾਰ ਕਰਨਾ ਪਏਗਾ। ਦੱਸ ਦਈਏ ਕਿ ਚੰਡੀਗੜ੍ਹ ਰੀਜਨਲ ਦਫ਼ਤਰ ਵਿੱਚ ਚੰਡੀਗੜ੍ਹ, ਪੰਜਾਬ ਤੇ ਹਰਿਆਣਾ ਦੇ ਲੋਕਾਂ ਦੇ ਪਾਸਪੋਰਟ ਬਣਾਏ ਜਾਂਦੇ ਨੇ। ਆਧਾਰ ਕਾਰਡ, ਪੈਨ ਕਾਰਡ ਤੇ ਵੋਟਰ ਕਾਰਡ, ਸਿੱਖਿਆ ਦਾ ਦਸਤਾਵੇਜ਼, 10ਵੀਂ 12ਵੀਂ ਗ੍ਰੈਜੂਏਸ਼ਨ ਤੇ ਹੋਰ ਦਸਤਾਵੇਜ਼, ਕਲਰ ਫੋਟੋ, ਸਫੈਦ ਬੈਕਗ੍ਰਾਉਂਡ ਦੇ ਨਾਲ ਜਨਮ ਪੱਤਰ ਜੇਕਰ ਹੈ ਤਾਂ, ਜੇਕਰ ਜਨਮ ਪੱਤਰ ਨਹੀਂ ਹੈ ਤਾਂ ਉਸ ਦੇ ਵਿਕਲਪ ਵਿੱਚ LIC ਪਾਲਿਸੀ ਤੇ ਸਿੱਖਿਆ ਯੋਗਤਾ ਦੇ ਦਸਤਾਵੇਜ਼ ਦਿੱਤੇ ਜਾ ਸਕਦੇ ਨੇ। ਸੁਰੱਖਿਅਤ ਤੇ ਚੰਗੇ ਭਵਿੱਖ ਦੇ ਭਾਲ ਵਿੱਚ ਕੈਨੇਡਾ ਜਾਣ ਵਾਲੇ ਪ੍ਰਵਾਸੀਆਂ ਨੂੰ ਹੁਣ ਬ੍ਰਿਟਿਸ਼ ਕੋਲੰਬੀਆ ਦੀਆਂ ਜੇਲ੍ਹਾਂ ਵਿੱਚ ਨਜ਼ਰਬੰਦ ਨਹੀਂ ਰੱਖਿਆ ਜਾਏਗਾ ਕਿਉਂਕਿ BC ਨੇ CBSA ਨਾਲ ਇਮੀਗ੍ਰੇਸ਼ਨ ਡਿਸਟੈਂਸ ਅਰੇਂਜਮੈਂਟ ਸੰਧੀ ਖਤਮ ਕਰ ਦਿੱਤੀ ਹੈ। ਪ੍ਰਵਾਸੀਆਂ ਦੇ ਪੱਖ ਵਿੱਚ ਇਹ ਕਦਮ ਚੁੱਕਣ ਵਾਲਾ BC ਕੈਨੇਡਾ ਦਾ ਪਹਿਲਾ ਸੂਬਾ ਬਣ ਗਿਆ। ਇਸ ਨਾਲ ਉਹਨਾਂ ਸੈਂਕੜੇ ਪ੍ਰਵਾਸੀਆਂ ਨੂੰ ਰਾਹਤ ਮਿਲੇਗੀ ਜਿਨ੍ਹਾਂ ਨੂੰ ਬਿਨਾਂ ਕਸੂਰ ਦੇ ਲੰਬੇ ਸਮੇਂ ਤੱਕ BC ਦੀਆਂ ਜੇਲ੍ਹਾਂ ਵਿੱਚ ਰਹਿਣਾ ਪੈਂਦਾ ਸੀ। ਬ੍ਰਿਟਿਸ਼ ਕੋਲੰਬੀਆ ਦੇ ਲੋਕ ਸੁਰੱਖਿਆ ਮੰਤਰੀ ਮਾਈਕ ਫੌਰਨਵਰਥ ਨੇ ਇਸ ਦਾ ਐਲਾਨ ਕਰਦਿਆਂ ਦੱਸਿਆ ਕਿ CBSA ਭਾਵ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਹੁਣ ਪ੍ਰਵਾਸੀਆਂ ਨੂੰ BC ਦੀਆਂ ਜੇਲ੍ਹਾਂ ਵਿੱਚ ਨਹੀਂ ਰੱਖ ਸਕੇਗੀ ਕਿਉਂਕਿ ਸੂਬਾ ਸਰਕਾਰ ਨੇ ਇਸ ਸਰਹੱਦੀ ਏਜੰਸੀ ਨਾਲ ਇਮੀਗ੍ਰੇਸ਼ਨ ਡਿਟੈਂਸ਼ਨ ਅਰੇਂਜਮੈਂਟ ਸੰਧੀ ਸਮਾਪਤ ਕਰ ਦਿੱਤੀ ਹੈ। BC ਵੱਲੋਂ CBSA ਨੂੰ ਇਸ ਦੇ ਲਈ 12 ਮਹੀਨੇ ਦਾ ਲਿਖਤੀ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ CBSA ਪ੍ਰਵਾਸੀਆਂ ਨੂੰ ਹਿਰਾਸਤ ਵਿੱਚ ਰੱਖਣ ਲਈ BC ਦੀਆਂ ਜੇਲ੍ਹਾਂ ਦੀ ਵਰਤੋਂ ਨਹੀਂ ਕਰ ਸਕੇਗਾ।
ਕੈਨੇਡਾ ਦੇ ਹਵਾਈ ਅੱਡਿਆਂ ਤੇ ਜਿੱਥੇ ਯਾਤਰੀ ਪਰੇਸ਼ਾਨ ਹੋ ਰਹੇ ਨੇ, ਉੱਥੇ ਹਵਾਈ ਕਾਮਿਆਂ ਦਾ ਵੀ ਬੁਰਾ ਹਾਲ ਹੋ ਚੁੱਕਾ ਹੈ। ਜਿੱਥੇ ਉਹਨਾਂ ਤੇ ਕੰਮ ਕਰਨ ਦਾ ਜ਼ਿਆਦਾ ਬੋਝ ਹੈ, ਉੱਥੇ ਫਲਾਈਟ ਕੈਂਸਲ, ਡਿਲੇ ਜਾਂ ਬੈਗ ਗੁਆਚਣ ਤੇ ਯਾਤਰੀਆਂ ਦਾ ਸਾਰਾ ਗੁੱਸਾ ਵੀ ਇਹਨਾਂ ਹਵਾਈ ਵਰਕਰਾਂ ਤੇ ਨਿਕਲ ਰਿਹਾ। ਇੱਥੋਂ ਤੱਕ ਕਿ ਉਹਨਾਂ ਨੂੰ ਜ਼ੁਬਾਨੀ ਗਾਲਾਂ ਤੋਂ ਇਲਾਵਾ ਧਮਕੀਆਂ ਤੱਕ ਮਿਲ ਰਹੀਆਂ ਨੇ। ਇਸ ਦੇ ਚੱਲਦਿਆਂ ਇਹਨਾਂ ਵਰਕਰਾਂ ਦੀ ਸੁਰੱਖਿਆ ਤੇ ਤਨਖਾਹ ਦੇ ਵਾਧੇ ਵਿੱਚ ਮੰਗ ਦੀ ਜ਼ੋਰ ਵੀ ਫੜ ਚੁੱਕੀ ਹੈ। ਹੈਲੀਫੈਕਸ ਏਅਰਪੋਰਟ ਤੇ ਏਅਰ ਕੈਨੇਡਾ ਦੇ ਕਸਟਮਰ ਸਰਵਿਸਿਜ਼ ਏਜੰਟ ਚੈਰਲ ਨੇ ਕਿਹਾ ਕਿ ਪਿਛਲੇ 24 ਸਾਲ ਤੋਂ ਹਵਾਈ ਅੱਡੇ ਤੇ ਕੰਮ ਕਰ ਰਹੇ ਹਾਂ, ਪਰ ਅੱਜ ਤੱਕ ਉਹਨਾਂ ਨੇ ਇਹੋ ਜਿਹੇ ਹਾਲਾਤ ਨਹੀਂ ਵੇਖੇ ਜਿਹੜੇ ਇਸ ਵੇਲੇ ਬਣ ਚੁੱਕੇ ਨੇ। ਅਮਰੀਕਾ ਦੇ ਬੋਸਟਨ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਵੀਰਵਾਰ ਸਵੇਰੇ ਇੱਕ ਪੁਲ ਤੋਂ ਲੰਘ ਰਹੀ ਮੈਟਰੋ ਟ੍ਰੇਨ ਵਿੱਚ ਅੱਗ ਲੱਗ ਗਈ। ਅੱਗ ਉਸ ਸਮੇਂ ਲੱਗੀ ਜਦੋਂ ਟ੍ਰੇਨ ਮਿਸਟਿਕ ਨਦੀ ਨੂੰ ਪਾਰ ਕਰ ਰਹੀ ਸੀ। ਅੱਗ ਲੱਗਣ ਕਾਰਨ ਹਫੜਾ ਦਫੜੀ ਮਚ ਗਈ। ਕਈ ਯਾਤਰੀਆਂ ਨੇ ਆਪਣੀ ਜਾਨ ਬਚਾਉਣ ਲਈ ਖਿੜਕੀਆਂ ਵਿੱਚੋਂ ਬਾਹਰ ਛਾਲਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਉੱਥੇ ਇੱਕ ਯਾਤਰੀ ਨੇ ਅੱਗ ਦੀ ਘਟਨਾ ਤੋਂ ਘਬਰਾ ਕੇ ਹੇਠਾਂ ਮਿਸਟਿਕ ਨਦੀ ਵਿੱਚ ਛਾਲ ਮਾਰ ਦਿੱਤੀ, ਜਿਸ ਨੂੰ ਬਾਅਦ ਵਿੱਚ ਅਧਿਕਾਰੀਆਂ ਵੱਲੋਂ ਸੁਰੱਖਿਅਤ ਬਚਾ ਲਿਆ ਗਿਆ। ਇਸ ਸਾਰੀ ਘਟਨਾ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਈਆਂ। ਟ੍ਰੇਨ ਵਿੱਚ ਅੱਗ ਲੱਗਣ ਦੀ ਖਬਰ ਮਿਲਦਿਆਂ ਹੀ ਬਚਾਅ ਕਾਰਜਾਂ ਲਈ ਟੀਮਾਂ ਨੂੰ ਬੁਲਾਇਆ ਗਿਆ। ਸ਼ੁਰੂਆਤੀ ਜਾਂਚ ਤੋਂ ਬਾਅਦ ਅਧਿਕਾਰੀਆਂ ਨੇ ਦੱਸਿਆ ਕਿ ਟ੍ਰੇਨ ਦੇ ਜਿਸ ਹਿੱਸੇ ਵਿੱਚ ਅੱਗ ਲੱਗੀ, ਉੱਥੇ ਕਿਸੇ ਕਾਰਨ ਸਾਈਡ ਪੈਨਲ ਵਿੱਚ ਅੱਗ ਲੱਗ ਗਈ ਅਤੇ ਇਹ ਹੌਲੀ-ਹੌਲੀ ਫੈਲ ਗਈ। ਇਸ ਦੌਰਾਨ ਮੈਸਾਚਿਉਸੇਟਸ ਬੇ ਟਰਾਂਸਪੋਰਟੇਸ਼ਨ ਅਥਾਰਟੀ ਵੱਲੋਂ ਦੱਸਿਆ ਗਿਆ ਕਿ ਵੀਰਵਾਰ ਸਵੇਰੇ ਔਰੇਂਜ ਲਾਈਨ ਮੈਟਰੋ ਟ੍ਰੇਨ ਵੈਲਿੰਗਟਨ ਅਤੇ ਅਸੈਂਬਲੀ ਸਟੇਸ਼ਨ ਦੇ ਵਿਚਕਾਰ ਪੁਲ ਨੂੰ ਪਾਰ ਕਰ ਰਹੀ ਸੀ। ਉਦੋਂ ਯਾਤਰਾ ਦੌਰਾਨ ਇੰਜਣ ਵਾਲੇ ਪਾਸੇ ਅੱਗ ਲੱਗਣ ਦੀ ਸੂਚਨਾ ਮਿਲੀ। ਮੈਸਾਚਿਉਸੇਟਸ ਬੇ ਟਰਾਂਸਪੋਰਟੇਸ਼ਨ ਅਥਾਰਟੀ ਦੇ ਬੁਲਾਰੇ ਨੇ ਕਿਹਾ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਕੈਨੇਡਾ ਵਿੱਚ ਬੀਤੇ 2 ਹਫ਼ਤਿਆਂ ਦੌਰਾਨ ਐਕਸਪ੍ਰੈਸ ਐਂਟਰੀ ਵਿੱਚੋਂ ਹੁਨਰਮੰਦ ਵਰਕਰਜ਼ ਅਤੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ 2 ਡਰਾ ਕੱਢੇ ਗਏ, ਜਿਨ੍ਹਾਂ ਵਿੱਚ ਕੁੱਲ 3250 ਉਮੀਦਵਾਰਾਂ ਨੂੰ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਮਿਲਿਆ ਹੈ। ਡਰਾ ਦਾ ਕੰਪਰੀਹੈਂਸਿਵ ਰੈਂਕਿੰਗ ਸਿਸਟਮ ਸਕੋਰ ਆਮ ਨਾਲੋਂ ਅਜੇ ਵੱਧ ਹੈ, ਜੋ ਕਿ ਬੀਤੇ ਦਿਨ ਕੱਢੇ ਗਏ ਡਰਾ ਵਿੱਚੋਂ 542 ਰਿਹਾ ਤੇ 6 ਜੁਲਾਈ ਦੇ ਡਰਾ ਵਿੱਚੋਂ 557 ਸੀ। ਇਸ ਸਾਲ ਵਿੱਚ 55,900 ਉਮੀਦਵਾਰਾਂ ਨੂੰ ਪੱਕੇ ਕਰਨ ਲਈ 31 ਦਸੰਬਰ ਤੱਕ ਹਰੇਕ ਦੂਸਰੇ ਹਫ਼ਤੇ ਡਰਾ ਨਿਕਲਦੇ ਰਹਿਣ ਦੀ ਸੰਭਾਵਨਾ ਹੈ। 2023 ਵਿੱਚ ਐਕਸਪ੍ਰੈਸ ਐਂਟਰੀ ਵਿੱਚੋਂ 1,11,500 ਉਮੀਦਵਾਰਾਂ ਦੇ ਡਰਾ ਕੱਢੇ ਜਾਣ ਦਾ ਟੀਚਾ ਹੈ। ਅਗਲੇ ਸਾਲ ਤੋਂ ਕੈਨੇਡਾ ਦੀ ਰੁਜ਼ਗਾਰ ਮਾਰਕੀਟ ਦੀਆਂ ਲੋੜਾਂ ਅਨੁਸਾਰ ਐਕਸਪ੍ਰੈਸ ਐਂਟਰੀ ਵਿੱਚੋਂ ਵੱਧ ਕਿੱਤਿਆਂ ਅਤੇ ਸਹਾਇਕ ਕਿੱਤਿਆਂ ਵਾਲੇ ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਮੌਕਾ ਮਿਲਣਾ ਸ਼ੁਰੂ ਹੋ ਜਾਣਾ ਹੈ। ਇਸ ਨਾਲ ਸਟੱਡੀ ਪਰਮਿਟ ਰਾਹੀਂ ਕੈਨੇਡਾ ਪਹੁੰਚਣ ਦੀ ਬਜਾਏ ਆਪਣੀ ਯੋਗਤਾ ਆਧਾਰਿਤ ਪੱਕੀ ਇਮੀਗ੍ਰੇਸ਼ਨ ਲੈਣ ਦਾ ਰੁਝਾਨ ਵਧਣ ਦਾ ਅੰਦਾਜ਼ਾ ਹੈ, ਕਿਉਂਕਿ ਲੋਕਾਂ ਵਾਸਤੇ ਆਪਣੇ ਦੇਸ਼ ਵਿੱਚ ਰਹਿ ਕੇ ਕੈਨੇਡਾ ਦੀ ਪੱਕੀ ਇਮੀਗ੍ਰੇਸ਼ਨ ਪ੍ਰਾਪਤ ਕਰਨ ਦੀਆਂ ਸ਼ਰਤਾਂ ਪੂਰੀਆਂ ਕਰਨਾ ਸੌਖਾ ਹੋਏਗਾ। ਇਸ ਸਮੇਂ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਕੋਲ ਵੀਜ਼ਾ, ਸਟੱਡੀ ਪਰਮਿਟ, ਵਰਕ ਪਰਮਿਟ, ਪੱਕੀ ਇਮੀਗ੍ਰੇਸ਼ਨ ਨਾਗਰਿਕਤਾ ਦੀਆਂ ਤਕਰੀਬਨ 27 ਲੱਖ ਤੋਂ ਵੱਧ ਅਰਜ਼ੀਆਂ ਮਿਲੀਆਂ ਨੇ। ਇਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲੌਗ ਕੈਨੇਡਾ ਸਰਕਾਰ ਦੀ ਸਿਰਦਰਦੀ ਬਣ ਗਿਆ ਹੈ, ਜੋ ਕਿਸੇ ਤਰੀਕੇ ਕਾਰਨ ਘਟਦਾ ਨਜ਼ਰ ਨਹੀਂ ਆ ਰਿਹਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਟਾਸਕ ਫੋਰਸ ਗਠਿਤ ਕਰਨ ਦੇ ਬਾਵਜੂਦ ਪਿਛਲੇ 6 ਹਫ਼ਤਿਆਂ ਦੌਰਾਨ ਵਿਚਾਰ ਅਧੀਨ ਇਮੀਗ੍ਰੇਸ਼ਨ ਅਰਜ਼ੀਆਂ ਦੀ ਗਿਣਤੀ 3 ਲੱਖ ਦੇ ਵਾਧੇ ਨਾਲ 27 ਲੱਖ ਤੇ ਪਹੁੰਚ ਗਈ ਹੈ। ਇਹਨਾਂ ਵਿੱਚ ਵਿਜ਼ਿਟਰ ਵੀਜ਼ਾ ਮੰਗਣ ਵਾਲਿਆਂ ਦੀ ਗਿਣਤੀ 9 ਲੱਖ ਅਤੇ ਸਟੱਡੀ ਵੀਜ਼ਾ ਮੰਗਣ ਵਾਲਿਆਂ ਦਾ ਅੰਕੜਾ ਤਕਰੀਬਨ 2 ਲੱਖ ਦੱਸਿਆ ਜਾ ਰਿਹਾ ਹੈ। ਸਿਟੀਜ਼ਨ ਦੀ ਕਤਾਰ ਵਿੱਚ ਲੱਗੇ ਪ੍ਰਵਾਸੀਆਂ ਦੀ ਗਿਣਤੀ 4.5 ਲੱਖ ਤੱਕ ਪਹੁੰਚ ਗਈ ਹੈ, ਜਦਕਿ ਪਰਮਾਨੈਂਟ ਰੈਜ਼ੀਡੈਂਟਸ ਦੀ ਉਡੀਕ ਕਰ ਰਹੇ ਪ੍ਰਵਾਸੀਆਂ ਦੀ ਗਿਣਤੀ 5,15,000 ਦੱਸੀ ਜਾ ਰਹੀ ਹੈ। ਸੰਯੁਕਤ ਰਾਜ ਵਿੱਚ ਪਹਿਲੀ ਵਾਰ ਬੱਚਿਆਂ ਵਿੱਚ ਮੰਕੀ ਪੌਕਸ ਦੇ ਕੇਸ ਦੀ ਪਛਾਣ ਕੀਤੀ ਗਈ ਹੈ। ਕੈਲੀਫੋਰਨੀਆ ਵਿੱਚ ਇੱਕ ਬੱਚਾ ਅਤੇ ਇੱਕ ਬੱਚਾ ਜੋ ਅਮਰੀਕਾ ਦਾ ਮੂਲ ਨਿਵਾਸੀ ਨਹੀਂ ਹੈ, ਵਾਇਰਲ ਬਿਮਾਰੀ ਨਾਲ ਸੰਕਰਮਿਤ ਪਾਇਆ ਗਿਆ। ਉੱਥੋਂ ਦੇ ਸਿਹਤ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਰਾਇਟਰਸ ਦੇ ਅਨੁਸਾਰ ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਦੋਵੇਂ ਕੇਸ ਗੈਰ ਸੰਬੰਧਿਤ ਨੇ ਅਤੇ ਸੰਭਾਵਤ ਤੌਰ ਤੇ ਘਰੇਲੂ ਪ੍ਰਸਾਰਣ ਦਾ ਨਤੀਜਾ ਨੇ। ਏਜੰਸੀ ਨੇ ਕਿਹਾ ਕਿ ਬੱਚਿਆਂ ਦੀ ਸਿਹਤ ਠੀਕ ਹੈ ਅਤੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ। ਇਸ ਸਾਲ ਹੁਣ ਤੱਕ 60 ਤੋਂ ਵੱਧ ਦੇਸ਼ਾਂ ਵਿੱਚ ਮੰਕੀ ਪੌਕਸ ਦੇ 14,000 ਤੋਂ ਵੱਧ ਮਾਮਲੇ ਸਾਹਮਣੇ ਆ ਗਏ ਨੇ। ਅਫਰੀਕਾ ਵਿੱਚ ਮੰਕੀ ਪੌਕਸ ਨਾਲ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੰਯੁਕਤ ਰਾਜ ਵਿੱਚ ਮੰਕੀ ਪੌਕਸ ਦੇ 2,891 ਪੁਸ਼ਟੀ ਕੀਤੇ ਕੇਸਾਂ ਵਿੱਚੋਂ 99% ਮਰਦ ਸਨ, ਪਰ ਸਿਹਤ ਅਧਿਕਾਰੀਆਂ ਦੇ ਅਨੁਸਾਰ ਮੁੱਠੀ ਭਰ ਔਰਤਾਂ ਅਤੇ ਟਰਾਂਸਜੈਂਡਰ ਮਰਦ ਹਨ ਜੋ ਸੰਕਰਮਿਤ ਹੋਏ ਨੇ। 24 ਫਰਵਰੀ ਨੂੰ ਸ਼ੁਰੂ ਹੋਈ ਰੂਸ-ਯੂਕਰੇਨ ਜੰਗ ਦੇ ਚਲਦਿਆਂ ਪੂਰੀ ਦੁਨੀਆ ਖੁਰਾਕੀ ਸੰਕਟ ਨਾਲ ਜੂਝ ਰਹੀ ਹੈ। ਹੁਣ ਇਸ ਸੰਕਟ ਤੇ ਵਿਰਾਮ ਲੱਗ ਗਿਆ।
ਦੋਵੇਂ ਦੇਸ਼ਾਂ ਦੇ ਵਿਚਾਲੇ ਗ੍ਰੇਨ ਡੀਲ ਹੋਈ ਹੈ, ਜਿਸ ਤੋਂ ਬਾਅਦ ਬਲੈਕ ਸੀ ਦੇ ਰਸਤੇ ਅਨਾਜ ਦੀ ਬਰਾਮਦ ਮੁੜ ਸ਼ੁਰੂ ਹੋ ਜਾਏਗੀ। ਖਾਸ ਗੱਲ ਇਹ ਹੈ ਕਿ ਇਸ ਸਮਝੌਤੇ ਵਿੱਚ ਤੁਰਕੀ ਅਤੇ ਸੰਯੁਕਤ ਰਾਸ਼ਟਰ ਨੇ ਅਹਿਮ ਭੂਮਿਕਾ ਨਿਭਾਈ ਹੈ। ਤੁਰਕੀ ਦੇ ਰਾਸ਼ਟਰਪਤੀ ਐਰਦੋਗਨ ਦੇ ਬੁਲਾਰੇ ਨੇ ਇੱਕ ਟਵੀਟ ਵਿੱਚ ਕਿਹਾ ਕਿ ਅਨਾਜ ਬਰਾਮਦ ਸਮਝੌਤਾ ਕੌਮਾਂਤਰੀ ਖੁਰਾਕ ਸੁਰੱਖਿਆ ਦੇ ਲਈ ਬੇहद ਅਹਿਮ ਹੈ। ਇਸ ਤੇ ਇਸਤਾਂਬੁਲ ਵਿੱਚ ਦਸਤਖਤ ਹੋਏ। ਇਸ ਦੌਰਾਨ UN ਸਕੱਤਰ ਜਨਰਲ ਐਂਟੋਨੀਓ ਗੁਟਰੇਸ, ਯੂਕਰੇਨ ਅਤੇ रूस का वफद ਅਤੇ ਰਾਸ਼ਟਰੀ ਐਰਦੋਗਨ ਮੌਜੂਦ ਰਹੇ। 5 ਮਹੀਨਿਆਂ ਦੇ ਯੁੱਧ ਦੇ ਵਿਚਕਾਰ ਸ਼ੁੱਕਰਵਾਰ ਨੂੰ ਚੰਗੀ ਖਬਰ ਆਈ ਹੈ ਕਿ ਰੂਸ ਅਤੇ ਯੂਕਰੇਨ 150 ਦਿਨਾਂ ਬਾਅਦ ਕਾਲੇ ਸਾਗਰ ਤੋਂ ਬੇਰੋਕ ਅਨਾਜ ਬਰਾਮਦ ਜਾਰੀ ਰੱਖਣ ਲਈ ਸੰਯੁਕਤ ਰਾਸ਼ਟਰ ਵਿਚੋਲਗੀ ਸਮਝੌਤੇ ਤੇ ਪਹੁੰਚ ਗਏ ਨੇ। ਇਸ ਸੌਦੇ ਨਾਲ ਰੂਸ ਹੁਣ ਯੂਕਰੇਨ ਦੀਆਂ ਬੰਦਰਗਾਹਾਂ ਤੋਂ ਅਨਾਜ ਨਾਲ ਭਰੇ ਜਹਾਜ਼ਾਂ ਨੂੰ ਨਹੀਂ ਰੋਕੇਗਾ। ਮੰਨਿਆ ਜਾ ਰਿਹਾ ਕਿ ਇਸ ਤੋਂ ਬਾਅਦ ਦੁਨੀਆ ਵਿੱਚ ਵੱਧਦੇ ਭੋਜਨ ਸੰਕਟ ਤੋਂ ਬਚਿਆ ਜਾ ਸਕਦਾ ਹੈ। ਦੋਹਾਂ ਦੇਸ਼ਾਂ ਵਿਚਾਲੇ ਸਮਝੌਤਾ ਤੁਰਕੀ ਦੇ ਡੋਲਮਵਾਚ ਪੈਲੇਸ ਵਿੱਚ ਕੀਤੇ ਹਸਤਾਖਰ ਤੇ ਕੀਤੇ ਗਏ। ਯੂਕਰੇਨ ਵਿੱਚ ਰੂਸੀ ਫੌਜ ਦਾ ਕਹਿਰ ਜਾਰੀ ਹੈ। ਯੂਕਰੇਨ ਦੇ ਸ਼ਹਿਰ ਖੰਡਰ ਵਿੱਚ ਬਦਲ ਗਏ ਨੇ। ਯੁੱਧ ਦੀ ਸ਼ੁਰੂਆਤ ਤੋਂ ਹੀ ਕਈ ਦੇਸ਼ ਯੂਕਰੇਨ ਦੀ ਮਦਦ ਕਰ ਰਹੇ ਨੇ। ਯੂਕਰੇਨੀ ਫੌਜ ਨੂੰ ਹਥਿਆਰ ਦੇ ਰਹੇ ਨੇ। ਇਸ ਦੌਰਾਨ ਯੂਕਰੇਨ ਦੀ ਫਰਸਟ ਲੇਡੀ ਅਤੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਦੀ ਪਤਨੀ ਓਲੇਨਾ ਜ਼ੈਲੈਂਸਕਾ ਨੇ ਵੀ ਅਮਰੀਕਾ ਨੂੰ ਇਸ ਕਤਲੇਆਮ ਨੂੰ ਰੋਕਣ ਲਈ ਕਦਮ ਚੁੱਕਣ ਦੀ ਅਪੀਲ ਕੀਤੀ ਹੈ। ਅਮਰੀਕੀ ਸੰਸਦ ਵਿੱਚ ਸਾਂਸਦ ਨੂੰ ਸੰਬੋਧਨ ਕਰਦੇ ਹੋਏ ਓਲੇਨਾ ਜ਼ੈਲੈਂਸਕੀ ਨੇ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਕਿ ਹਮਲੇ ਹੋਣ ਜਦ ਸਾਡੀ ਦੁਨੀਆ ਜੰਗ ਨਾਲ ਤਬਾਹ ਹੋ ਰਹੀ ਹੈ। ਲੋਕਾਂ ਦੀਆਂ ਆਸਾਂ ਪੂਰੀ ਤਰ੍ਹਾਂ ਟੁੱਟ ਰਹੀਆਂ ਨੇ। ਰੂਸੀ ਹਮਲੇ ਤੋਂ ਬਾਅਦ ਹਜ਼ਾਰਾਂ ਲੋਕਾਂ ਦੀ ਦੁਨੀਆ ਤਬਾਹ ਹੋ ਚੁੱਕੀ ਹੈ। ਰੂਸ ਸਾਡੇ ਤੇ ਮਿਜ਼ਾਈਲਾਂ ਦਾਗ ਰਿਹਾ। ਇਸ ਦਾ ਮੁਕਾਬਲਾ ਕਰਨ ਲਈ ਸਾਨੂੰ ਹਵਾਈ ਰੱਖਿਆ ਪ੍ਰਣਾਲੀ ਦੀ ਲੋੜ ਹੈ। ਮੈਂ ਉਹਨਾਂ ਹਥਿਆਰਾਂ ਦੀ ਮੰਗ ਕਰ ਰਹੀ ਹਾਂ ਜਿਨ੍ਹਾਂ ਦੀ ਵਰਤੋਂ ਕਿਸੇ ਹੋਰ ਦੇਸ਼ ਦੀ ਧਰਤੀ ਤੇ ਜੰਗ ਲਈ ਨਹੀਂ ਕੀਤੀ ਜਾਏਗੀ, ਸਗੋਂ ਉਹਨਾਂ ਦੇ ਹੱਕਾਂ ਦੀ ਰਾਖੀ ਲਈ ਵਰਤਿਆ ਜਾਏਗਾ। ਇਸ ਦਹਿਸ਼ਤ ਨੂੰ ਰੋਕਣ ਵਿੱਚ ਸਾਡੀ ਮਦਦ ਕਰੋ। ਅਮਰੀਕਾ ਵਿੱਚ 10 ਸਾਲ ਬਾਅਦ ਫਿਰ ਪੋਲੀਓ ਦੀ ਬਿਮਾਰੀ ਜਾਗ ਗਈ ਹੈ। ਦਹਾਕਾ ਪਹਿਲਾਂ ਪੋਲੀਓ ਮੁਕਤ ਐਲਾਨੇ ਗਏ ਇਸ ਦੇਸ਼ ਵਿੱਚ ਪੋਲੀਓ ਦਾ ਪਹਿਲਾ ਕੇਸ ਨਿਊਯਾਰਕ ਸੂਬੇ ਤੋਂ ਸਾਹਮਣੇ ਆਇਆ, ਜਿੱਥੇ ਇੱਕ 20 ਸਾਲ ਦੇ ਨੌਜਵਾਨ ਵਿੱਚ ਇਹ ਵਾਇਰਸ ਮਿਲਿਆ। ਇਸ ਕਾਰਨ ਅਮਰੀਕਾ ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਤੇ ਉਸਨੇ ਇਸ ਮਾਮਲੇ ਵਿੱਚ ਸਿਹਤ ਟੀਮਾਂ ਨੂੰ ਪੂਰੀ ਤਰ੍ਹਾਂ ਚੌਕਸ ਕਰ ਦਿੱਤਾ। ਦਰਅਸਲ ਨਿਊਯਾਰਕ ਦੇ ਰੌਕਲੈਂਡ ਕਾਉਂਟੀ ਵਿੱਚ ਰਹਿਣ ਵਾਲੇ 20 ਸਾਲ ਦੇ ਨੌਜਵਾਨਾਂ ਨੂੰ ਜੂਨ ਮਹੀਨੇ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਲਗਭਗ 1 ਮਹੀਨਾ ਉਸ ਦੀ ਕਈ ਪ੍ਰਕਾਰ ਦੀ ਜਾਂਚ ਕੀਤੀ ਗਈ, ਜਿਸ ਵਿੱਚ ਪੋਲੀਓ ਦਾ ਵਾਇਰਸ ਮਿਲਿਆ। ਇਸ ਦੇ ਬਾਵਜੂਦ ਇਸ ਮਰੀਜ਼ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਤੇ ਉਹ ਆਪਣੀ ਪਤਨੀ ਤੇ ਬੱਚਿਆਂ ਨਾਲ ਆਪਣੇ ਘਰ ਤੇ ਰਹਿ ਰਿਹਾ ਹੈ। ਬੇਸ਼ੱਕ ਉਹ ਖੜਾ ਹੋ ਰਿਹਾ, ਪਰ ਉਸ ਨੂੰ ਤੁਰੰਤ ਫਿਰਨ ਵਿੱਚ ਦਿੱਕਤ ਆ ਰਹੀ ਹੈ। ਇੱਕ ਸਿਹਤ ਅਧਿਕਾਰੀ ਨੇ ਇਸ ਸੰਬੰਧੀ ਜਾਣਕਾਰੀ ਦੱਸਿਆ ਕਿ ਪੋਲੀਓ ਇੱਕ ਵਾਇਰਲ ਬਿਮਾਰੀ ਹੈ। ਇਸ ਨਾਲ ਮਾਸਪੇਸ਼ੀਆਂ ਵੀ ਕਮਜ਼ੋਰ ਹੋ ਜਾਂਦੀਆਂ ਨੇ ਅਤੇ ਕੁਝ ਮਾਮਲਿਆਂ ਵਿੱਚ ਮਰੀਜ਼ ਦੀ ਜਾਨ ਵੀ ਜਾ ਸਕਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ 95% ਲੋਕਾਂ ਵਿੱਚ ਪੋਲੀਓ ਦਾ ਕੋਈ ਲੱਛਣ ਨਹੀਂ ਹੁੰਦਾ, ਪਰ ਫਿਰ ਵੀ ਉਹ ਵਾਇਰਸ ਫੈਲਾ ਸਕਦੇ ਨੇ। ਰੌਕਲੈਂਡ ਕਾਉਂਟੀ ਦੇ ਸਿਹਤ ਕਮਿਸ਼ਨਰ ਡਾਕਟਰ ਪੈਟਰੀਆ ਨੇ ਕਿਹਾ ਹੈ ਕਿ ਉਹ ਸਥਿਤੀ ਦੀ ਬਰੀਕੀ ਨਾਲ ਨਿਗਰਾਨੀ ਕਰ ਰਹੇ ਨੇ। ਉਹਨਾਂ ਵੱਲੋਂ ਨਿਊਯਾਰਕ ਦੇ ਸਿਹਤ ਵਿਭਾਗ ਅਤੇ ਰੋਗ ਕੰਟਰੋਲ ਦੇ ਰੋਕਥਾਮ ਕੇਂਦਰਾਂ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ। ਅਮਰੀਕਾ ਵਿੱਚ 27 ਸਾਲ ਦੇ ਪੰਜਾਬੀ ਨੌਜਵਾਨ ਨੂੰ $20 ਲੱਖ ਦੀ ਠੱਗੀ ਮਾਰਨ ਦੇ ਦੋਸ਼ ਹੇਠ 4 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨੌਜਵਾਨਾਂ ਦੀ ਸ਼ਨਾਖਤ ਨਿਊ ਜਰਸੀ ਦੇ ਮੰਟਗੋਮਰੀ ਸ਼ਹਿਰ ਨਾਲ ਸੰਬੰਧਿਤ ਗੌਰਵਜੀਤ ਸਿੰਘ ਵਜੋਂ ਕੀਤੀ ਗਈ ਹੈ, ਜਿਸਨੇ ਕੋਰੋਨਾ ਮਹਾਮਾਰੀ ਦੌਰਾਨ ਲੋਕਾਂ ਨੂੰ ਲਾਰੇ ਲਾ ਕੇ ਮੋਟੀ ਰਕਮ ਠੱਗ ਲਈ। ਗੌਰਵਜੀਤ ਰਾਜ ਸਿੰਘ ਨੇ ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਪੀਟਰ ਸਾਹਮਣੇ ਵਾਇਰ ਫਰਾਡ ਦਾ ਇੱਕ ਦੋਸ਼ ਕਬੂਲ ਕਰ ਲਿਆ। US ਅਟਾਰਨੀ ਫਿਲਿਪ ਨੇ ਦੱਸਿਆ ਕਿ ਟੈਂਟਲ ਦੀ ਫੈਡਰਲ ਅਦਾਲਤ ਵੱਲੋਂ ਗੌਰਵਜੀਤ ਰਾਜ ਸਿੰਘ ਨੂੰ 46 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ। ਅਦਾਲਤ ਵਿੱਚ ਪੇਸ਼ ਦਸਤਾਵੇਜ਼ਾਂ ਮੁਤਾਬਕ ਮਹਾਮਾਰੀ ਸ਼ੁਰੂ ਹੋਣ ਮਗਰੋਂ ਮਈ 2020 ਦੌਰਾਨ ਗੌਰਵਜੀਤ ਸਿੰਘ ਨੇ ਪਰਸਨ ਪ੍ਰੋਟੈਕਟਿਵ ਇਕਵਿਪਮੈਂਟ ਦੀ ਸਪਲਾਈ ਵਾਸਤੇ 10 ਜਣਿਆਂ ਤੋਂ $20 ਲੱਖ ਹਾਸਲ ਕਰ ਲਏ, ਪਰ ਬਾਅਦ ਵਿੱਚ ਨਾ ਤਾਂ PPE ਕਿੱਟਾਂ ਮੁਹੱਈਆ ਕਰਵਾਈਆਂ ਤੇ ਨਾ ਹੀ ਰਕਮ ਵਾਪਸ ਕੀਤੀ। ਅਮਰੀਕਾ ਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਪੂਰਬੀ ਡੋਨਬਾਸ ਵਿੱਚ ਜੰਗ ਹੋਰ ਗੰਭੀਰ ਹੋਣ ਵਿਚਾਲੇ ਬੁੱਧਵਾਰ ਨੂੰ ਯੂਕਰੇਨ ਨੂੰ ਹੋਰ ਵਧੇਰੇ ਰਾਕੇਟ ਪ੍ਰਣਾਲੀਆਂ, ਗੋਲਾ ਬਾਰੂਦ ਤੇ ਹੋਰ ਫੌਜੀ ਸਹਾਇਤਾ ਦੇਣ ਦੀ ਵਚਨਬੱਧਤਾ ਦੁਹਰਾਈ। ਦੁਨੀਆ ਭਰ ਦੇ ਕਰੀਬ 50 ਰੱਖਿਆ ਆਗੂਆਂ ਨਾਲ ਵਰਚੁਅਲ ਮੀਟਿੰਗ ਖਤਮ ਹੋਣ ਤੋਂ ਬਾਅਦ ਅਮਰੀਕਾ ਦੇ ਰੱਖਿਆ ਸਕੱਤਰ ਲਾਇਡ ਆਸਟਨ ਨੇ ਕਿਹਾ ਕਿ ਸਹਿਯੋਗੀਆਂ ਅਤੇ ਸਾਂਝੇਦਾਰਾਂ ਨੂੰ ਜੰਗ ਖਤਮ ਕਰਨ ਦੀਆਂ ਕੋਸ਼ਿਸ਼ਾਂ ਲਈ ਵਚਨਬੱਧਤਾ ਰੱਖਣਾ ਸਖਤ ਮਿਹਨਤ ਦਾ ਕੰਮ ਹੋਏਗਾ। ਆਸਟਿਨ ਨੇ ਕਿਹਾ, ਅਸੀਂ ਫੌਜੀ ਸਹਾਇਤਾ ਲਈ ਦਾਨ ਦੇਣ ਦੀ ਰਫ਼ਤਾਰ ਕਾਇਮ ਰੱਖਣ ਅਤੇ ਤੇਜ਼ ਕਰਨ ਲਈ ਸਖਤ ਕੋਸ਼ਿਸ਼ ਕਰ ਰਹੇ ਹਾਂ। ਉਹਨਾਂ ਨੇ ਕਿਹਾ, ਨੇੜਲੇ ਭਵਿੱਖ ਨੂੰ ਦੇਖਦੇ ਹੋਏ ਇਸ ਤੇ ਧਿਆਨ ਕੇਂਦਰਿਤ ਕਰਨਾ ਹੋਏਗਾ। ਹਾਲਾਂਕਿ ਇਸ ਤੇ ਨਿਰਭਰ ਹੋਏਗਾ ਕਿ ਸਾਡੇ ਸਹਿਯੋਗੀ ਅਤੇ ਸਾਂਝੇਦਾਰ ਕਦੋਂ ਤੱਕ ਵਚਨਬੱਧ ਰਹਿਣਗੇ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਯਕੀਨੀ ਬਣਾਉਣਾ ਹਮੇਸ਼ਾ
ਮੁਸ਼ਕਿਲ ਕੰਮ ਹੋਏਗਾ ਕਿ ਅਸੀਂ ਕਦੋਂ ਤੱਕ ਇਕਜੁੱਟ ਰਹੀਏ। ਫਿਲਹਾਲ ਅਧਿਕਾਰੀਆਂ ਨੇ ਇਹ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਇਹ ਜੰਗ ਕਦੋਂ ਤੱਕ ਚੱਲ ਸਕਦੀ ਹੈ, ਪਰ ਫੌਜ ਦੇ ਜਨਰਲ ਮਾਰਕ ਮਿਲੇ ਨੇ ਸੰਕੇਤ ਦਿੱਤਾ ਹੈ ਕਿ ਲੰਬੇ ਸਮੇਂ ਤੱਕ ਚੱਲ ਸਕਦੀ ਹੈ। ਜੁਆਇੰਟ ਚੀਫ ਆਫ ਸਟਾਫ ਦੇ ਚੇਅਰਮੈਨ ਜਨਰਲ ਮਿਲੇ ਨੇ ਕਿਹਾ ਕਿ ਡੌਨਬਾਸ ਵਿੱਚ ਬਹੁਤ ਗੰਭੀਰ ਜੰਗ ਚੱਲ ਰਹੀ ਹੈ। ਇਹ ਉਦੋਂ ਤੱਕ ਜਾਰੀ ਸਕਦੀ ਹੈ ਜਦੋਂ ਤੱਕ ਦੋਹਾਂ ਧਿਰਾਂ ਨੂੰ ਇਸ ਤੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਮਿਲ ਜਾਂਦਾ। ਵਿਸ਼ਵ ਦੀ ਮਹਾਸ਼ਕਤੀ ਅਮਰੀਕਾ ਲਈ ਆਉਣ ਵਾਲੇ ਸਮੇਂ ਵਿੱਚ ਵੱਧਦੀਆਂ ਚੁਣੌਤੀਆਂ ਤੇ ਖਤਰੇ ਦੇ ਸੰਕੇਤ ਸਾਫ਼ ਨਜ਼ਰ ਆ ਰਹੇ ਨੇ। ਇਹ ਰੂਸ ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਹੀ ਵਧਿਆ। ਦਰਅਸਲ ਇਸ ਜੰਗ ਨੇ ਪੂਰੀ ਦੁਨੀਆ ਨੂੰ ਕਾਫੀ ਹੱਦ ਤੱਕ ਵੱਖ-ਵੱਖ ਧੜਿਆਂ 'ਚ ਵੰਡ ਦਿੱਤਾ, ਜਿਸ ਵਿੱਚ ਇੱਕ ਵਰਗ ਅਜਿਹਾ ਹੈ ਜੋ ਅਮਰੀਕਾ ਦੇ ਨਾਲ ਹੈ ਅਤੇ ਦੂਜਾ ਉਹ ਹੈ ਜੋ ਉਸ ਦੇ ਵਿਰੁੱਧ ਹੈ। ਤੀਜਾ ਪੂਰੀ ਤਰ੍ਹਾਂ ਨਿਰਪੱਖ ਹੈ। ਇਸ ਜੰਗ ਦੀ ਸ਼ੁਰੂਆਤ ਤੋਂ ਬਾਅਦ ਕੁਝ ਦੇਸ਼ ਅਜਿਹੇ ਸੰਗਠਨ ਬਣਦੇ ਨਜ਼ਰ ਆ ਰਹੇ ਨੇ ਜੋ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਲਈ ਮੁਸੀਬਤ ਸਾਬਤ ਹੋ ਸਕਦੇ ਨੇ। ਇਸ ਨਵੇਂ ਬਣੇ ਗੱਠਜੋੜ ਵਿੱਚ ਰੂਸ ਤੋਂ ਇਲਾਵਾ ਚੀਨ ਅਤੇ ਈਰਾਨ ਸ਼ਾਮਲ ਨੇ। ਇਸ G3 ਦੇਸ਼ ਦੇ ਸੰਗਠਨ ਵਿੱਚ ਤੁਰਕੀ ਵੀ ਅਹਿਮ ਭੂਮਿਕਾ ਨਿਭਾ ਰਿਹਾ। ਇਹਨਾਂ ਸਾਰਿਆਂ ਦਾ ਅਮਰੀਕਾ ਤੋਂ 36 ਦਾ ਅੰਕੜਾ ਹੈ। ਤੁਰਕੀ ਨੇ ਹਾਲ ਹੀ ਵਿੱਚ ਰੂਸ ਅਤੇ ਈਰਾਨ ਵਿਚਾਲੇ ਅਹਿਮ ਬੈਠਕ ਕੀਤੀ ਹੈ। ਸੀਰੀਆ ਵੀ ਇਸ ਮੀਟਿੰਗ ਦੇ ਅਹਿਮ ਨੁਕਤਿਆਂ ਵਿੱਚੋਂ ਇੱਕ ਸੀ। ਤੁਰਕੀ ਅਤੇ ਈਰਾਨ ਅਤੇ ਸੀਰੀਆ ਤਿੰਨੋਂ ਇਸਲਾਮਿਕ ਦੇਸ਼ਾਂ ਦੀ ਸੰਸਥਾ OIC ਦੇ ਮੈਂਬਰ ਨੇ। ਇਸ ਕਾਰਨ ਦੋਵੇਂ ਸੀਰੀਆ ਵਿੱਚ ਕਿਸੇ ਵੀ ਸਰਕਾਰ ਵਿਰੋਧੀ ਕਾਰਵਾਈ ਦੇ ਖਿਲਾਫ ਨੇ। ਦੂਜੇ ਪਾਸੇ ਰੂਸ ਸੀਰੀਆ ਅਤੇ ਉਸ ਦੀ ਸਰਕਾਰ ਦਾ ਵੱਡਾ ਸਹਿਯੋਗੀ ਹੈ। ਇਸ ਮੁੱਦੇ ਨੇ ਈਰਾਨ, ਰੂਸ, ਤੁਰਕੀ ਨੂੰ ਨੇੜੇ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਸੀਰੀਆ ਨੂੰ ਇਹਨਾਂ ਦੇਸ਼ਾਂ ਦੇ ਨਿਸ਼ਾਨੇ ਤੇ ਅਮਰੀਕਾ ਹੈ। ਇੱਥੇ ਇਹਨਾਂ ਸਾਰੇ ਦੇਸ਼ਾਂ ਦੀ ਕੈਮਿਸਟਰੀ ਨੂੰ ਸਮਝਣਾ ਬਹੁਤ ਦਿਲਚਸਪ ਹੈ। ਰੂਸ ਅਤੇ ਅਮਰੀਕਾ ਵਿਚਕਾਰ ਸ਼ੀਤ ਯੁੱਧ ਤੋਂ ਪਹਿਲਾਂ ਅਤੇ ਬਾਅਦ ਵਿੱਚ ਜ਼ਮੀਨੀ ਹਕੀਕਤ ਇੱਕੋ ਜਿਹੀ ਹੈ। ਯੂਕਰੇਨ ਨਾਲ ਜੰਗ ਤੋਂ ਬਾਅਦ ਸਥਿਤੀ ਹੋਰ ਵਿਗੜ ਗਈ ਹੈ। ਦੂਜੇ ਪਾਸੇ ਈਰਾਨ ਨਾਲ ਅਮਰੀਕਾ ਦੇ ਸੰਬੰਧ ਕਦੇ ਵੀ ਚੰਗੇ ਨਹੀਂ ਰਹੇ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਰਮਾਣੂ ਸਮਝੌਤਾ ਕਰਕੇ ਸੰਬੰਧਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਉਹਨਾਂ ਤੋਂ ਬਾਅਦ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ ਨੇ ਇਸ ਸਮਝੌਤੇ ਨੂੰ ਖਤਮ ਕਰਕੇ ਆਪਸੀ ਸੰਬੰਧਾਂ ਨੂੰ ਸੁਧਾਰਨ ਦੀ ਪ੍ਰਕਿਰਿਆ ਤੇ ਇਸ ਕੋਸ਼ਿਸ਼ ਨੂੰ ਰੋਕ ਦਿੱਤਾ। ਤੁਰਕੀ ਦੀ ਗੱਲ ਕਰੀਏ ਤਾਂ ਇਹ ਅਮਰੀਕਾ ਦੀ ਅਗਵਾਈ ਵਾਲੇ ਨਾਟੋ ਦਾ ਮੈਂਬਰ ਹੈ, ਪਰ ਕਈ ਵਾਰ ਇਹ ਅਮਰੀਕਾ ਦੇ ਖਿਲਾਫ ਵੀ ਸਾਹਮਣੇ ਆਇਆ। ਆਪਣਾ ਨਵਾਂ ਨੇਤਾ ਚੁਣਨ ਜਾ ਰਹੀ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਅਗਸਤ ਮਹੀਨੇ ਵਿੱਚ ਲੀਡਰਸ਼ਿਪ ਦੌੜ 'ਚ ਸ਼ਾਮਲ ਉਮੀਦਵਾਰਾਂ ਵਿਚਾਲੇ ਤੀਜੀ ਬਹਿਸ ਕਰਵਾਏਗੀ। ਹਾਲਾਂਕਿ ਪਾਰਟੀ ਵੱਲੋਂ ਇਸ ਬਹਿਸ ਦੀ ਤਾਰੀਖ ਜਾਂ ਸਥਾਨ ਦਾ ਕੋਈ ਐਲਾਨ ਨਹੀਂ ਕੀਤਾ ਗਿਆ, ਪਰ ਸਾਰੇ ਉਮੀਦਵਾਰਾਂ ਲਈ ਇਸ ਬਹਿਸ ਵਿੱਚ ਹਿੱਸਾ ਲੈਣਾ ਲਾਜ਼ਮੀ ਹੈ। ਜਿਹੜਾ ਉਮੀਦਵਾਰ ਇਸ ਡਿਬੇਟ ਤੋਂ ਟਾਲਾ ਵੱਟੇਗਾ ਉਸ ਨੂੰ $50,000 ਦਾ ਮੋਟਾ ਜੁਰਮਾਨਾ ਪਏਗਾ। ਉਧਰ ਲੀਡਰਸ਼ਿਪ ਦੌੜ ਵਿੱਚ ਸ਼ਾਮਲ 3 ਉਮੀਦਵਾਰਾਂ ਨੇ ਜਿੱਥੇ ਪਾਰਟੀ ਦੇ ਇਸ ਫੈਸਲੇ ਦਾ ਸਵਾਗਤ ਕੀਤਾ, ਉੱਥੇ ਫਾਇਲੈਵਰਾ ਸਣੇ 2 ਉਮੀਦਵਾਰ ਇਸ ਦਾ ਵਿਰੋਧ ਕਰਦੇ ਹੋਏ ਨਜ਼ਰ ਆਏ। ਕੈਨੇਡਾ ਵਿੱਚ ਜਿੱਥੇ ਕਰੋਨਾ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਨੇ, ਉੱਥੇ ਮੌਂਕੀਪੌਕਸ ਦੇ ਮਰੀਜ਼ਾਂ ਦੀ ਗਿਣਤੀ ਵੀ ਤੇਜ਼ੀ ਨਾਲ ਵੱਧ ਰਹੀ ਹੈ। ਇਸ ਦੇ ਚੱਲਦਿਆਂ ਹੀ ਦੇਸ਼ ਭਰ ਵਿੱਚ ਹੁਣ ਤੱਕ ਮੌਂਕੀਪੌਕਸ ਦੇ ਕੇਸਾਂ ਦਾ ਅੰਕੜਾ 604 ਤੋਂ ਪਾਰ ਹੋ ਚੁੱਕਿਆ ਹੈ, ਜਿਸ ਵਿੱਚ ਸਭ ਤੋਂ ਵੱਧ ਮਾਮਲੇ ਕਿਊਬੈਕ ਸੂਬੇ ਤੋਂ ਸਾਹਮਣੇ ਆ ਰਹੇ ਨੇ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਭਰ ਵਿੱਚ ਹੁਣ ਤੱਕ ਮੰਕੀਪੌਕਸ ਦੇ ਕੁੱਲ 604 ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਨ੍ਹਾਂ ਵਿੱਚ ਕਿਊਬੈਕ ਸੂਬੇ ਦੇ ਸਭ ਤੋਂ ਵੱਧ 320, ontario ਦੇ 230, ਬ੍ਰਿਟਿਸ਼ ਕੋਲੰਬੀਆ ਦੇ 40, ਅਲਬਰਟਾ ਦੇ 12 ਤੇ ਸਸਕੈਚੇਵਨ 'ਚ 2 ਕੇਸ ਸ਼ਾਮਲ ਨੇ। ਉਧਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਫੈਡਰਲ ਸਰਕਾਰ ਨੇ ਮੌਂਕੀਪੌਕਸ ਨਾਲ ਨਜਿੱਠਣ ਲਈ ਭਾਈਚਾਰਕ ਸੰਗਠਨਾਂ ਕੋਲੋਂ ਫੰਡ ਦੀ ਮਦਦ ਵੀ ਮੰਗੀ ਆ। ਅੰਮ੍ਰਿਤਸਰ ਦੇ ਪਿੰਡ ਭਕਨਾ ਵਿੱਚ ਸਿੱਧੂ ਮੂਸੇਵਾਲਾ ਕਤਲकांड ਦੇ 2 ਸ਼ੂਟਰਾਂ ਨੂੰ ਮਾਰਨ ਤੋਂ ਬਾਅਦ ਪੰਜਾਬ ਪੁਲਿਸ 5 ਸੂਬਿਆਂ ਦੀ ਤਾਲਮੇਲ ਕਮੇਟੀ ਦੇ ਸਹਿਯੋਗ ਨਾਲ ਗੈਂਗਸਟਰਾਂ ਤੇ ਸ਼ਿਕੰਜਾ ਕੱਸੇਗੀ। ਇਸ ਦੀ ਪੁਸ਼ਟੀ ਕਰਦਿਆਂ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀ ਪੁਲਿਸ ਦੇ ਤਾਲਮੇਲ ਕਾਰਨ ਗੈਂਗਸਟਰ ਇੱਕ ਰਾਜ ਵਿੱਚ ਅਪਰਾਧ ਕਰਨ ਤੋਂ ਬਾਅਦ ਦੂਜੇ ਰਾਜ ਵਿੱਚ ਪਨਾਹ ਨਹੀਂ ਲੈ ਸਕਣਗੇ। ਪੁਲਿਸ ਗੈਂਗਸਟਰਸ ਦੀ ਹਰ ਹਰਕਤ ਤੇ ਨਜ਼ਰ ਰੱਖੇਗੀ। ਵਿਦੇਸ਼ਾਂ 'ਚ ਰਹਿੰਦੇ ਗੈਂਗਸਟਰ ਵੀ ਆਪਣੇ ਪੰਜਾਬ ਆਸਾਨੀ ਨਾਲ ਵਾਰਦਾਤਾਂ ਨੂੰ ਅੰਜਾਮ ਨਹੀਂ ਦੇ ਸਕਣਗੇ। ਗੋਲਡੀ ਬਰਾੜ ਸਮੇਤ ਵਿਦੇਸ਼ਾਂ ਵਿੱਚ ਰਹਿੰਦੇ ਗੈਂਗਸਟਰਾਂ ਤੇ ਸ਼ਿਕੰਜਾ ਕੱਸਣਗੇ। ਸਿੱਧੂ ਮੂਸੇਵਾਲਾ ਕਤਲकांड ਤੋਂ ਬਾਅਦ ਫਰਾਰ ਚੱਲ ਰਹੇ ਸ਼ੂਟਰ ਦੀਪਕ ਮੁੰਡੀ ਨੂੰ ਗ੍ਰਿਫਤਾਰ ਕਰਨ ਲਈ ਵਿਸ਼ੇਸ਼ ਟੀਮ ਬਣਾਈ ਗਈ ਹੈ। ਕੈਨੇਡਾ ਵਿੱਚ ਰਹਿਣ ਵਾਲੇ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਪਿੰਡ ਪੱਲਾ ਦੇ ਪੰਜਾਬੀ ਨੌਜਵਾਨ ਗਗਨ ਵੜੈਚ ਦੀ ਭੇਤ ਭਰੀ ਹਾਲਤ ਵਿੱਚ ਮੌਤ ਹੋਣ ਦਾ ਸਮਾਚਾਰ ਮਿਲਿਆ। ਨੌਜਵਾਨ ਦੀ ਮੌਤ ਦੀ ਖਬਰ ਮਿਲਣ ਤੇ ਪਰਿਵਾਰ ਦਾ ਬੁਰਾ ਹਾਲ ਹੈ ਔਰ ਮ੍ਰਿਤਕ ਗਗਨ ਵੜੈਚ ਦੀ ਭੈਣ ਸਿਮਰਤ ਕੌਰ ਤੇ ਜੀਜਾ ਹਰਉਦਮ ਸਿੰਘ ਨੂੰ ਕੈਨੇਡਾ ਪੁਲਿਸ ਨੇ ਦੱਸਿਆ ਕਿ ਗਗਨ ਵੜੈਚ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਜਿਸ ਘਰ ਵਿੱਚ ਉਹ ਰਹਿੰਦਾ ਸੀ ਉਸ ਘਰ ਨੂੰ ਪੁਲਿਸ ਸੀਲ ਕਰਕੇ ਉਸਦੇ ਦੋਸਤਾਂ ਕੋਲੋਂ ਬਰੀਕੀ ਨਾਲ ਜਾਂਚ ਪੜਤਾਲ ਕਰ ਰਹੀ ਹੈ।
ਗਗਨ ਬੜੈਚ ਦੇ ਪਿਤਾ ਜਮੇਰ ਸਿੰਘ ਤੇ ਮਾਤਾ ਪਰਮਜੀਤ ਕੌਰ ਬੰਬਈ ਤੋਂ ਟੋਰਾਂਟੋ ਆਪਣੇ ਪੁੱਤਰ ਨੂੰ ਆਖਰੀ ਵਾਰ ਵੇਖਣ ਲਈ ਪਹੁੰਚ ਗਏ ਸਨ, ਪਰ ਡਾਕਟਰਾਂ ਨੇ ਉਹਨਾਂ ਦੇ ਸਾਹਮਣੇ ਹੀ ਗਗਨ ਬੜੈਚ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪਾਕਿਸਤਾਨ ਵਿੱਚ ਭਾਰੀ ਮੀਂਹ ਕਾਰਨ 14 ਜੂਨ ਤੋਂ ਹੁਣ ਤੱਕ 282 ਜਾਣਿਆਂ ਦੀ ਮੌਤ ਹੋ ਚੁੱਕੀ ਹੈ, ਜਦਕਿ 200 ਤੋਂ ਵੱਧ ਵਿਅਕਤੀ ਜ਼ਖਮੀ ਹੋਏ ਨੇ। ਕੌਮੀ ਆਫਤ ਪ੍ਰਬੰਧਨ ਅਥਾਰਟੀ ਨੇ ਕਿਹਾ ਕਿ ਮਰਨ ਵਾਲਿਆਂ ਵਿੱਚ 160 ਮਹਿਲਾਵਾਂ ਤੇ ਬੱਚੇ ਸ਼ਾਮਲ ਨੇ। ਖਬਰ ਏਜੰਸੀ ਸਨੂਆ ਮੁਤਾਬਕ ਦੇਸ਼ ਭਰ ਵਿੱਚ ਮੀਂਹ ਕਾਰਨ ਤਕਰੀਬਨ 5500 ਮਕਾਨਾਂ ਤੇ ਕਈ ਪੁਲਾਂ ਨੂੰ ਨੁਕਸਾਨ ਪਹੁੰਚਿਆ। NDMA ਅਨੁਸਾਰ ਜ਼ਿਆਦਾਤਰ ਨੁਕਸਾਨ ਦੱਖਣੀ ਪੱਛਮੀ ਇਲਾਕੇ ਬਲੋਚਿਸਤਾਨ ਵਿੱਚ ਹੋਇਆ, ਜਿੱਥੇ ਘੱਟੋ-ਘੱਟ 88 ਜਾਣਿਆਂ ਦੀ ਮੌਤ ਹੋਈ ਅਤੇ ਕਰੀਬ 62 ਵਿਅਕਤੀ ਜ਼ਖਮੀ ਹੋਏ। ਇਸ ਤਰ੍ਹਾਂ ਸਿੰਧ ਇਲਾਕੇ ਵਿੱਚ 67 ਮੌਤਾਂ, ਪੂਰਬੀ ਪੰਜਾਬ ਵਿੱਚ 57 ਮੌਤਾਂ, ਜਦਕਿ ਉੱਤਰ ਪੱਛਮੀ ਖੈਬਰ ਪਖਤੂਨਖਵਾ ਇਲਾਕੇ ਵਿੱਚ 14 ਮੌਤਾਂ ਹੋਈਆਂ। ਭਾਰਤ ਅਤੇ ਬਰਤਾਨੀਆ ਨੇ ਇੱਕ ਦੂਜੇ ਦੀਆਂ ਉੱਚ ਵਿਦਿਅਕ ਡਿਗਰੀਆਂ ਨੂੰ ਮਾਨਤਾ ਦੇਣ ਲਈ ਸਮਝੌਤੇ ਤੇ ਦਸਤਖਤ ਕੀਤੇ ਨੇ। ਦੋਵਾਂ ਦੇਸ਼ਾਂ ਦੇ ਹਜ਼ਾਰਾਂ ਨੌਜਵਾਨਾਂ ਨੂੰ ਇਸ ਦਾ ਫਾਇਦਾ ਮਿਲਣ ਦੀ ਉਮੀਦ ਹੈ। ਇਹ ਕਦਮ ਦੁਵੱਲੇ ਸੰਬੰਧਾਂ ਨੂੰ ਮਜ਼ਬੂਤ ਕਰਨ ਲਈ ਚੁੱਕਿਆ ਗਿਆ। ਬਰਤਾਨੀਆ ਸਰਕਾਰ ਨੇ ਇਸ ਸਮਝੌਤੇ ਦਾ ਐਲਾਨ ਕੀਤਾ। ਬਿਆਨ ਵਿੱਚ ਕਿਹਾ ਗਿਆ ਕਿ ਇਹ ਸਮਝੌਤਾ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਿਛਲੇ ਸਾਲ ਕੀਤੇ UK ਭਾਰਤ ਵਿਆਪਕ ਵਪਾਰ ਸਾਂਝੇਦਾਰੀ ਦਾ ਹਿੱਸਾ ਹੈ। ਜਾਸੂਸਾਂ ਦਾ ਇੱਕ ਗਲੋਬਲ ਨੈਟਵਰਕ ਬਣਾ ਕੇ ਚੀਨ ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਆਪਣੇ ਆਲੋਚਕਾਂ ਨੂੰ ਅਤੇ ਅਸਹਿਮਤਾਂ ਨੂੰ ਚੁੱਪ ਕਰਵਾਉਣ ਦਾ ਕੰਮ ਕਰਦਾ ਹੈ। ਕਈ ਰਿਪੋਰਟਾਂ ਵਿੱਚ ਅਜਿਹੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਇਸ ਦੇ ਨਾਲ ਹੀ ਅਮਰੀਕਾ ਸਥਿਤ ਇੱਕ ਸੰਸਥਾ ਨੇ ਆਪਣੀ ਤਾਜ਼ਾ ਰਿਪੋਰਟ ਵਿੱਚ 2014 ਤੋਂ 2021 ਦਰਮਿਆਨ ਕੌਮਾਂਤਰੀ ਜ਼ਬਰ ਦੀਆਂ 735 ਘਟਨਾਵਾਂ ਦਾ ਦਸਤਾਵੇਜ਼ ਪੇਸ਼ ਕਰਕੇ ਇਸ ਗੱਲ ਦੀ ਪੁਸ਼ਟੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਵਾਸ਼ਿੰਗਟਨ DC ਸਥਿਤ ਸੰਸਥਾ ਫਰੀडम ਹਾਊਸ ਦੀ ਤਾਜ਼ਾ ਰਿਪੋਰਟ ਮੁਤਾਬਕ ਚੀਨ ਦੀ ਕਮਿਊਨਿਸਟ ਪਾਰਟੀ ਅਤੇ ਸਮੂਹਾਂ ਨੂੰ ਨਿਸ਼ਾਨਾ ਬਣਾ ਕੇ ਚੀਨ ਦੀ ਵਿਦੇਸ਼ੀ ਆਬਾਦੀ ਨੂੰ ਦਬਾਉਣ ਅਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਸ ਵਿੱਚ ਬਹੁਤ ਸਾਰੀਆਂ ਨਸਲੀ ਅਤੇ ਧਾਰਮਿਕ ਘੱਟ ਗਿਣਤੀਆਂ, ਰਾਜਨੀਤਿਕ ਅਸੰਤੁਸ਼ਟ, ਮਨੁੱਖੀ ਅਧਿਕਾਰ ਕਾਰਕੁਨ ਅਤੇ ਪੱਤਰਕਾਰ ਸ਼ਾਮਲ ਨੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੀਨ ਦੇ ਘੱਟ ਗਿਣਤੀ ਮੁਸਲਿਮ, ਉਈਗਰਾਂ, ਤਿੱਬਤਾਂ ਅਤੇ ਰਾਜਨੀਤਿਕ ਅਸੰਤੁਸ਼ਟਾਂ ਉੱਤੇ ਅਤਿਆਚਾਰ ਆਮ ਤੌਰ ਤੇ ਰਾਜ ਸੁਰੱਖਿਆ ਮੰਤਰਾਲੇ ਦੁਆਰਾ ਰੋਕਿਆ ਜਾਂਦਾ ਹੈ। ਬਟਾਲਾ ਵਿੱਚ ਲੋਕਾਂ ਨੇ ਪਿਛਲੇ 24 ਘੰਟੇ ਤੋਂ ਬੰਦ ਪਈ ਪਿਛਲੇ ਦਿਨੀ ਬਿਜਲੀ ਨਾ ਆਉਣ ਤੋਂ ਤੰਗ ਆ ਕੇ ਬਟਾਲਾ ਵਿਖੇ ਅੰਮ੍ਰਿਤਸਰ ਗੁਰਦਾਸਪੁਰ ਸੜਕ ਨੂੰ ਬਿਜਲੀ ਘਰ ਦੇ ਸਾਹਮਣੇ ਦੇਰ ਸ਼ਾਮ ਬੰਦ ਕਰਦੇ ਹੋਏ ਬਟਾਲਾ ਬਿਜਲੀ ਵਿਭਾਗ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਇਸ ਮੌਕੇ ਗਰਮੀ ਵਿੱਚ ਬਿਜਲੀ ਨਾ ਆਉਣ ਕਾਰਨ ਪਰੇਸ਼ਾਨ ਲੋਕਾਂ ਦਾ ਕਹਿਣਾ ਸੀ ਕਿ ਬਿਜਲੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਬਿਜਲੀ ਆਉਣ ਦੇ ਸਮੇਂ ਬਾਰੇ ਪੁੱਛਿਆ ਗਿਆ ਤਾਂ ਅਧਿਕਾਰੀਆਂ ਵੱਲੋਂ ਉਹਨਾਂ ਨਾਲ ਠੀਕ ਵਿਵਹਾਰ ਨਹੀਂ ਕੀਤਾ ਗਿਆ ਸੀ ਅਤੇ ਗਲਤ ਭਾਸ਼ਾ ਦਾ ਇਸਤੇਮਾਲ ਵੀ ਹੋਇਆ ਸੀ। ਇੰਨੀ ਗਰਮੀ ਦੇ ਵਿੱਚ ਪਿਛਲੇ 24 ਘੰਟੇ ਬਿਜਲੀ ਤੋਂ ਬਿਨਾਂ ਰਹਿਣਾ ਮੁਸ਼ਕਿਲ ਹੈ। ਦੂਸਰੇ ਪਾਸੇ ਬਟਾਲਾ ਬਿਜਲੀ ਵਿਭਾਗ ਦੇ ਅਧਿਕਾਰੀ ਸਰਬਜੀਤ ਸਿੰਘ ਨੇ ਕਿਹਾ ਕਿ ਬਿਜਲੀ ਘਰ ਬਟਾਲਾ ਦੇ ਅੰਦਰ ਮੁੱਖ ਕੇਬਲ ਦੇ ਵਿੱਚ ਖਰਾਬੀ ਹੋਣ ਕਾਰਨ ਬਿਜਲੀ ਦੀ ਸਪਲਾਈ ਸ਼ੁਰੂ ਨਹੀਂ ਹੋ ਪਾ ਰਹੀ ਸੀ। ਇਸ ਖਰਾਬੀ ਨੂੰ ਠੀਕ ਕਰਨ ਲਈ ਹੀ ਸਟਾਫ ਸਵੇਰ ਤੋਂ ਕੰਮ ਵਿੱਚ ਲੱਗਾ ਹੋਇਆ ਸੀ ਤੇ ਹੋਈ ਬਰਸਾਤ ਦੇ ਕਾਰਨ ਸਲਾਬ ਆਉਣ ਕਾਰਨ ਕੇਬਲ ਨੂੰ ਠੀਕ ਕਰਨ ਵਿੱਚ ਮੁਸ਼ਕਿਲ ਆਈ ਸੀ। ਇਹ ਸਨ ਹੁਣ ਤੱਕ ਦੀਆਂ ਖਬਰਾਂ। ਮੈਨੂੰ ਵਰੁਣ ਕੌਰ ਮਾਨੂ ਦਿਓ ਆ ਗਿਆ। ਹੋਰ ਖਬਰਾਂ ਦੇ ਲਈ ਸਾਡਾ YouTube ਚੈਨਲ ਪੰਜਾਬ ਮੇਲ USA TV ਜ਼ਰੂਰ ਸਬਸਕ੍ਰਾਈਬ ਕਰੋ। ਸਤਿ ਸ਼੍ਰੀ ਅਕਾਲ।